हाँ जी स्टूडेंट्स, अज असी अपनी +2 क्लास के सी सैक्शन की तीसरी स्टोरी भोली जिसनों के ए अब्बास ने लिखा होया है उस दे लॉन्ग आंसर टाइप क्वेश्चन कवर करांगे। इस चैप्टर की साडी यह तीसरी वीडियो होएगी। इस तो पहलां दे 2 वीडियोज़ मैं ऑलरेडी तुहाडे नाल शेयर कर चुकिया हाँ। वीडियो पहले दे विच मैं तुहानू इस चैप्टर की सारी एक्सप्लेनेशन ਅਤੇ एनालिसिस बहुत ही ईजी लैंगुएज ਦੇ ਵਿੱਚ ਕਰਵਾਈ ਸੀ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰਾ ਵੀਡੀਓ ਦੇਖਿਆ ਹੋਵੇਗਾ ਕਿਉਂਕਿ ਇਸ ਵੀਡੀਓ ਨੂੰ ਦੇਖਣ ਦੇ ਨਾਲ ਹੀ ਭੋਲੀ ਦੀ ਸਾਰੀ ਸਟੋਰੀ ਸਮਝ ਆ ਸਕਦੀ ਹੈ ਤੇ ਫਿਰ ਅਸੀਂ ਕੁਐਸਚਨ ਆਨਸਰਸ ਕਰਨ ਦੇ ਲਈ ਸਮਰੱਥ ਹੋ ਸਕਦੇ ਹਾਂ। ਇਸ ਤੋਂ ਬਾਅਦ ਮੈਂ ਦੂਸਰੇ ਵੀਡੀਓ ਦੇ ਵਿੱਚ ਤੁਹਾਨੂੰ ਇਸ ਚੈਪਟਰ ਦੇ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਵਰ ਕਰਵਾਏ ਸੀ। बहुत ही ईजी सेंटेंसिस ਦੇ ਵਿੱਚ ਮੈਂ ਇਹਦੇ ਆਨਸਰਸ ਫਰੇਮ ਕੀਤੇ ਸੀ ਜੋ ਕਿ ਤੁਹਾਡੇ ਨਾਲ ਮੈਂ ਸ਼ੇਅਰ ਕੀਤੇ ਸੀ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਆਪਣੀਆਂ ਫੈਨ ਨੋਟਬੁੱਕਸ ਤੇ ਵੀ ਨੋਟ ਕੀਤੇ ਹੋਣਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਲਿਆ ਹੋਵੇਗਾ। ਅੱਜ ਮੈਂ ਤੁਹਾਨੂੰ ਇਸ ਚੈਪਟਰ ਦਾ ਮੇਨ ਜੋ ਲੌਂਗ ਆਨਸਰ ਟਾਈਪ ਕੁਐਸਚਨ ਹੈ ਉਹ ਕਰਵਾਉਣ ਜਾ ਰਿਹਾ ਹਾਂ। ਤਾਂ ਸਟੂਡੈਂਟਸ ਇਸ ਚੈਪਟਰ ਦਾ ਮੇਨ ਕੁਐਸਚਨ ਬਣਦਾ ਹੈ ਜੀ ਕਰੈਕਟਰ ਸਕੈਚ ਆਫ ਭੋਲੀ। ਹਾਲਾਂਕਿ ਇੱਕ ਹੋਰ क्वेश्चन भी इसका इंपॉर्टेंट है जिसनों असीं कहने कि थीम ऑफ द चैप्टर। तो ये दोनों क्वेश्चनस मैं इसे आंसर दे विच कवर किए ने। एग्जामिनेशन पॉइंट ऑफ व्यू के नाल ये दोनों क्वेश्चनस बड़े इंपॉर्टेंट ने। लॉन्ग आंसर टाइप क्वेश्चनस या ऐसे टाइप क्वेश्चनस नूं करन तो पहलां जरूरी है कि असीं एक माइंड मैप अपना ड्रॉ कर लिए जिस दे नाल सानूं आंसरस डिवेलप करन दे विच आसानी होवे। तो मेन क्योंकि करैक्टर स्कैच भोली का ही है तो भोली नूं असीं सेंटर च रख के ਅਸੀਂ ਉਸ ਦੇ ਕੁਝ ਮਾਈਂਡ ਮੈਪਸ ਦੇ ਪੁਆਇੰਟਸ ਬਣਾਉਂਦੇ ਹਾਂ। ਤਾਂ ਇਸ ਦਾ ਰੀਅਲ ਨੇਮ ਅਸਲ ਨੇਮ ਸੁਲੇਖਾ ਹੈ। ਇਸ ਸਾਰੇ ਚੈਪਟਰ ਦੇ ਵਿੱਚ ਪੜ੍ਹਿਆ ਕਿ ਇਹਦਾ ਅਸਲ 'ਚ ਨਾਮ ਤਾਂ ਸੁਲੇਖਾ ਹੈ ਲੇਕਿਨ ਕਿਉਂਕਿ ਇਹ ਬਹੁਤ ਹੀ ਭੋਲੀ ਹੈ ਥੋੜ੍ਹੀ ਸਿੱਧਰੀ ਵੀ ਹੈ ਤਾਂ ਸਾਰੇ ਲੋਕ ਇਹਨੂੰ ਭੋਲੀ ਭੋਲੀ ਕਹਿੰਦੇ ਨੇ। ਐਟ ਦਾ ਏਜ ਆਫ 10 ਮੰਥਸ ਸ਼ੀ ਹੈਡ ਫਾਲਨ ਆਫ ਦਾ ਕੋਟ। ਇਹ ਮੰਜੇ ਤੋਂ ਗਿਰ ਗਈ ਸੀ ਅਤੇ ਫਿਰ ਇਸ ਦੇ ਹੈੱਡ ਦੇ ਸਿਰ ਦੇ ਵਿੱਚ ਥੋੜ੍ਹੀ ਇੰਜਰੀ ਆਈ ਜਿਸ ਕਰਕੇ ਇਸ ਨੂੰ ਬੋਲਣ ਦੇ ਵਿੱਚ ਵੀ ਤਕਲੀਫ ਸੀ ਅਤੇ ਇਹ ਸਮਝਦੀ ਵੀ ਥੋੜ੍ਹੀ ਲੇਟ ਸੀ। ਜਾਂ ਆਪਾਂ ਕਹਿ ਸਕਦੇ ਹਾਂ ਕਿ ਸ਼ੀ ਬਿਕੇਮ ਮੈਂਟਲੀ ਰਿਟਾਰਡਡ। ਮੈਂਟਲੀ ਰਿਟਾਰਡਡ ਹੋ ਗਈ, ਦਿਮਾਗੀ ਤੌਰ 'ਤੇ ਥੋੜ੍ਹੀ ਅਸੰਤੁਲਿਤ ਹੋ ਗਈ, ਇਸੇ ਕਰਕੇ ਇਸ ਨੂੰ ਭੋਲੀ ਕਿਹਾ ਜਾਣ ਲੱਗਿਆ। ਹਾਲਾਂਕਿ ਸਿੰਪਲੇਟਨ ਸੀ। ਸਿੰਪਲੇਟਨ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਿ ਸਿੱਧਰੇ ਨੂੰ ਕਿਹਾ ਜਾਂਦਾ ਹੈ। ਸਿੰਪਲੇਟਨ ਜੋ ਸਿੱਧਰਾ ਇਨਸਾਨ ਹੋਵੇ ਅਸੀਂ ਉਸ ਨੂੰ ਕਹਿੰਦੇ ਹਾਂ। ਤਾਂ 2 ਸਾਲ ਦੀ ਉਮਰ ਦੇ ਵਿੱਚ ਇਸ ਨੂੰ ਸਮਾਲ ਪੋਕਸ ਵੀ ਆ ਗਈ, ਮਾਤਾ ਵੀ ਨਿਕਲ ਆਈ ਜਿਸ ਨਾਲ ਇਸ ਦਾ ਸਾਰਾ ਬੋਡੀ ਗॉट ਡਿਸਫਿਗਰਡ ਬਾਈ ਡੀਪ ਬਲੈਕ ਪੋਕ ਮਾਰਕਸ। इसकी सारी बॉडी डिसफिगर्ड हो गई, मतलब उसके उपर बहुत सारे छोटे छोटे ब्लैक जोड़े पोक मार्क्स सीगे हो गए, उसके निशान हो गए। 5 साल की उम्र तक तो यह बोल ही नहीं पाई क्योंकि सिर ते सट वजी सी ਅਤੇ ਜਦੋਂ इसने बोलना स्टार्ट किया फिर शी स्टैमर्ड। फिर यह हकला के बोलती सी, पूरी तरह प्रॉपरली बोल नहीं सी पाती। तो इसदियाँ 3 सिस्टर सीगियां, राधा, चंपा, मंगला ਤੇ 3 ब्रदर भी सी। इससे ये सानू पता है पूरे चैप्टर ते सानू जानकारी तो बाद पता चलता है। पोलीज पेरेंट्स वर वरीड अबाउट हर मैरिज एज शी वाज अगली एंड नॉट इंटैलीजेंट। सिर ते सट लगन करके थोड़ी सिद्धरी सी तो इंटैलीजेंट थोड़ी घट सी ਅਤੇ क्योंकि पोक मार्क्स हो गए सी ਇਹਦੇ चेहरे ਤੇ काफ़ी ज़्यादा माता ਦੇ ਨਿਸ਼ਾਨ ਸੀ, ਇਸ ਕਰਕੇ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਖੂਬਸੂਰਤ ਨਹੀਂ ਸੀ। ਪੋਲੀ ਦੇ ਪੇਰੈਂਟਸ ਹਮੇਸ਼ਾ ਇਸ ਦੇ ਪ੍ਰਤੀ ਚਿੰਤਤ ਰਹਿੰਦੇ ਸੀ ਕਿ ਇਸ ਦੀ ਸ਼ਾਦੀ ਕਿਵੇਂ ਹੋਏਗੀ। ਲੇਕਿਨ ਜਦੋਂ ਇਸਨੇ ਪੜ੍ਹਨਾ ਸਟਾਰਟ ਕੀਤਾ ਆਪਣੀ ਟੀਚਰ ਕੋਲ ਸ਼ੀ ਬਿਕੇਮ ਬੋਲਡ ਕੌਨਫੀਡੈਂਟ ਆਫਟਰ ਬੀਇੰਗ ਐਜੂਕੇਟਿਡ। ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਇਹ ਨੀਡਰ ਬਣ ਗਈ, ਬੋਲਡ ਬਣ ਗਈ, ਕੌਨਫੀਡੈਂਟ ਆਤਮ ਵਿਸ਼ਵਾਸ ਨਾਲ ਭਰ ਗਈ। ਅਤੇ ਜਦੋਂ ਫਿਰ ਇਸ ਦਾ ਵਿਆਹ ਕਰਵਾਉਣਾ ਚਾਹਿਆ ਇਹਦੇ ਮਾਂ ਬਾਪ ਨੇ ਇੱਕ ਧੱਕਾ ਕਰਕੇ ਬਿਸ਼ੰਬਰ ਦਾਸ ਦੇ ਨਾਲ ਸ਼ੀ ਰਿਫਿਊਜ਼ ਟੂ ਮੈਰੀ। ਤਾਂ ਉਸਨੇ ਮਨਾ ਕਰਤਾ ਕਿ ਮੈਂ ਬਿਸ਼ੰਬਰ ਨਾਲ ਸ਼ਾਦੀ ਨਹੀਂ ਕਰਾਉਂਗੀ ਬਿਕੋਜ਼ ਹੀ ਵਾਜ਼ ਅ ਗ੍ਰੀਡੀ ਮੈਨ, ਕਿਉਂਕਿ ਉਹ ਲਾਲਚੀ ਪਰਸਨ ਹੈ, ਉਸਨੇ ਦਾਜ ਮੰਗਿਆ ਸੀ ਵਿਆਹ 'ਤੇ। ਅਤੇ ਇਸ ਤਰ੍ਹਾਂ ਸ਼ੀ ਸੈਟ ਅ ਨਿਊ ਐਗਜ਼ਾਮਪਲ ਫॉर ਗਰਲਸ। ਤਾਂ ਇਸਨੇ ਲੜਕੀਆਂ ਦੇ ਲਈ ਇੱਕ ਨਵਾਂ ਉਦਾਹਰਨ ਪੇਸ਼ ਕੀਤਾ। ਤਾਂ ਸਟੂਡੈਂਟਸ ਮਾਈਂਡ ਮੈਪ ਕਰਨ ਤੋਂ ਬਾਅਦ ਅਸੀਂ ਇਸ ਦੇ ਕੁਐਸਚਨਸ ਵੱਲ ਆਉਂਦੇ ਹਾਂ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ 4ਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ
ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਧੰਨਵਾਦ। ਅਤੇ ਕੁਐਸਚਨ ਮੈਂ ਤੁਹਾਨੂੰ ਦੱਸਿਆ ਕਿ ਇਸ ਦੇ ਦੋ ਮੇਨ ਬਣਦੇ ਹੈ ਜੀ, ਇੱਕ ਤਾਂ ਸਟੋਰੀ ਦਾ ਥੀਮ ਬਣਦਾ ਹੈ ਅਤੇ ਕਰੈਕਟਰ ਸਕੈਚ ਆਫ ਪੋਲੀ ਬਣਦਾ ਹੈ। ਤਾਂ ਅਸੀਂ ਇਸ ਦੇ ਆਨਸਰ ਨੂੰ ਸਟਾਰਟ ਕਰਦੇ ਹਾਂ ਕਿ ਪੋਲੀ ਇਜ਼ ਰਿਟਨ ਬਾਈ K.A. ਅੱਬਾਸ। ਹੁਣ ਪੋਲੀ ਚੈਪਟਰ ਦਾ ਨਾਮ ਹੈ, ਇਸ ਨੂੰ ਬਿਲਕੁਲ ਐਜ਼ ਇਟ ਇਜ਼ ਹੀ ਲਿਖਣਾ ਹੈ ਜਿਵੇਂ ਸਾਨੂੰ ਦੱਸਿਆ ਹੋਇਆ ਹੈ। ਸਿੰਗਲ ਕੋਟ ਦੇ ਵਿੱਚ ਲਿਖੋ ਅਤੇ ਬੀ ਵੱਡੀ ਪਾਓ। ਅਤੇ ਇਸ ਦੇ ਰਾਈਟਰ ਨੇ ਜੀ K.A. ਅੱਬਾਸ। ਉਹਨਾਂ ਦੇ ਸਪੈਲਿੰਗ ਵੀ ਧਿਆਨ ਨਾਲ ਪਾਉਣੇ ਹੈ ਅਤੇ ਕੈਪੀਟਲ ਲੈਟਰਸ ਦਾ ਖਿਆਲ ਰੱਖਣਾ ਹੈ। ਦਿਸ ਸਟੋਰੀ ਇਜ਼ ਅਬਾਊਟ ਅ ਸਿੰਪਲ ਗਰਲ ਪੋਲੀ। ਹੁਣ ਇਹ ਜਿਹੜੀ ਕਹਾਣੀ ਹੈ ਇਹ ਇੱਕ ਬਹੁਤ ਹੀ ਸਧਾਰਨ ਜਿਹੀ ਲੜਕੀ ਪੋਲੀ ਦੇ ਨਾਲ ਸੰਬੰਧਿਤ ਹੈ, ਉਸ ਦੇ ਬਾਰੇ ਹੈ। ਹਰ ਨੇਮ ਇਜ਼ ਸੁਲੇਖਾ। ਸਾਨੂੰ ਇਹ ਵੀ ਪਤਾ ਹੈ ਕਿ ਉਸਦਾ ਰੀਅਲ ਨੇਮ ਸੁਲੇਖਾ ਹੈ। ਸ਼ੀ ਵਾਜ਼ ਦੀ ਡਾਟਰ ਆਫ ਰਾਮ ਲਾਲ ਦੀ ਨੰਬਰਦਾਰ। ਹੁਣ ਉਸਦੇ ਪਿਤਾ ਜੀ ਕੌਣ ਨੇ? ਰਾਮ ਲਾਲ ਨੇ, ਜੋ ਨੰਬਰਦਾਰ ਨੇ, ਪਿੰਡ ਦੇ ਨੰਬਰਦਾਰ ਨੇ, ਉਹਨਾਂ ਦੀ ਲੜਕੀ ਹੈ ਇਹ। ਪੋਲੀ ਹੈਡ ਅ ਸੀਰੀਅਸ ਇੰਜਰੀ ਟੂ ਹਰ ਬ੍ਰੇਨ ਵਾਈਲ ਸ਼ੀ ਵਾਜ਼ 10 months old। ਤਾਂ ਪੋਲੀ ਦੇ ਸਿਰ 'ਤੇ ਸੱਟ ਵੱਜੀ, ਖਾਸ ਤੌਰ 'ਤੇ ਬ੍ਰੇਨ 'ਤੇ ਹੀ ਸੱਟ ਵੱਜੀ, ਟੂ ਹਰ ਬ੍ਰੇਨ। ਅਤੇ ਵੈਨ ਸ਼ੀ ਵਾਜ਼ 10 months old, ਜਦੋਂ ਉਹ ਸਿਰਫ 10 ਮਹੀਨੇ ਦੀ ਸੀ, ਸਿਰਫ 10 ਮਹੀਨੇ ਦੀ ਸੀ, ਮੰਜੇ ਤੋਂ ਗਿਰ ਗਈ ਸੀ, ਜਿਸ ਕਰਕੇ ਇਸ ਦੇ ਸਿਰ 'ਤੇ ਸੱਟ ਵੱਜੀ ਸੀ। ਸ਼ੀ ਆਲਸੋ ਸਫਰਡ ਫਰੋਮ ਸਮਾਲ ਪੋਕਸ। ਥੋੜ੍ਹੀ ਵੱਡੀ ਹੋਈ ਤਾਂ ਇਸ 'ਤੇ ਮਾਤਾ ਦਾ ਬਿਮਾਰੀ ਆ ਗਈ ਅਤੇ ਉਹ ਸਮਾਲ ਪੋਕਸ ਤੋਂ ਇਹ ਪੀੜਿਤ ਹੋਈ। ਸ਼ੀ ਬਿਕਮ ਅ ਬੈਕਵਰਡ ਚਾਈਲਡ। ਹੁਣ ਇਹ ਇੱਕ ਪਿਛੜਿਆ ਹੋਇਆ ਬੱਚਾ ਬਣ ਗਿਆ। ਬੈਕਵਰਡ ਚਾਈਲਡ ਉਹ ਹੁੰਦਾ ਹੈ ਜੋ ਕਿ ਥੋੜ੍ਹਾ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਨੋਰਮਲ ਨਹੀਂ ਹੁੰਦਾ, ਅਸੀਂ ਉਸ ਨੂੰ ਬੈਕਵਰਡ ਚਾਈਲਡ ਕਹਿੰਦੇ ਹਾਂ। ਐਵਰੀਵਨ ਕਾਲਡ ਹਰ ਪੋਲੀ। ਸਾਰਿਆਂ ਨੇ ਇਸ ਨੂੰ ਭੋਲੀ ਭੋਲੀ ਕਹਿਣਾ ਸ਼ੁਰੂ ਕਰਤਾ, ਸੁਲੇਖਾ ਕੋਈ ਕਹਿੰਦਾ ਹੀ ਨਹੀਂ ਸੀ। ਹੁਣ ਪੋਲੀ ਸ਼ਬਦ ਨੂੰ ਅਸੀਂ ਫਿਰ ਸਿੰਗਲ ਕੋਟ 'ਚ ਪਾਉਣਾ, ਬਿਕੋਜ਼ ਅਸੀਂ ਇਸ ਸ਼ਬਦ ਦੇ ਉੱਪਰ ਥੋੜ੍ਹਾ ਜ਼ੋਰ ਦੇ ਕੇ ਕਹਿ ਰਹੇ ਹਾਂ ਕਿ ਉਸ ਨੂੰ ਭੋਲੀ ਕਿਹਾ ਜਾਂਦਾ ਸੀ, ਜਿਸ ਦਾ ਸਿੰਪਲ ਜਿਹਾ ਮਤਲਬ ਕੀ ਹੈ? ਦਾ ਸਿੰਪਲੇਟਨ, ਕਿ ਉਹ ਸਿੱਧਰੀ ਸੀ, ਇਸ ਕਰਕੇ ਉਸ ਨੂੰ ਭੋਲੀ ਜਿਹਾ ਕਿਹਾ ਜਾਂਦਾ ਸੀ। ਸ਼ੀ ਕੁਡ ਨੋਟ ਸਪੀਕ ਵੈਲ। ਪੂਰੀ ਤਰ੍ਹਾਂ ਬੋਲ ਨਹੀਂ ਸੀ ਸਕਦੀ। ਸਪੀਕ ਵੈਲ, ਚੰਗੀ ਤਰ੍ਹਾਂ ਬੋਲ ਨਹੀਂ ਸੀ ਸਕਦੀ। ਸ਼ੀ ਵਾਜ਼ ਨੋਟ ਅ ਗੁੱਡ ਲੁਕਿੰਗ ਗਰਲ ਨਾਓ। ਕਿਉਂਕਿ ਉਸਦੇ ਚਿਹਰੇ 'ਤੇ ਪੋਕ ਮਾਰਕਸ ਹੋ ਗਏ ਸੀ, ਮਾਤਾ ਦੇ ਨਿਸ਼ਾਨ ਹੋ ਗਏ ਸੀ, ਇਸ ਕਰਕੇ ਉਹ ਖੂਬਸੂਰਤ ਨਹੀਂ ਸੀ ਹੁਣ, ਗੁੱਡ ਲੁਕਿੰਗ ਗਰਲ ਨਹੀਂ ਸੀ ਹੁਣ। ਹਾਲਾਂਕਿ ਬਚਪਨ ਜਦੋਂ ਪੈਦਾ ਹੋਈ ਸੀ ਤਾਂ ਬਹੁਤ ਹੀ ਫੇਅਰ ਸੀਗੀ, ਬਹੁਤ ਹੀ ਖੂਬਸੂਰਤ ਸੀਗੀ, ਲੇਕਿਨ ਕੁਛ ਐਸੀਆਂ ਕਰੋਪੀਆਂ ਹੋਈਆਂ ਇਸ ਨਾਲ ਕਿ ਹੁਣ ਇਹ ਸੁੰਦਰ ਨਹੀਂ ਸੀ ਰਹੀ। ਹਾਲਾਂਕਿ ਇਸ ਦੀਆਂ ਜਿਹੜੀਆਂ ਬਾਕੀ ਸਿਸਟਰ ਸੀ ਉਹ ਬੜੀਆਂ ਖੂਬਸੂਰਤ ਸੀ। ਸ਼ੀ ਆਲਸੋ ਸਟੈਮਰਡ ਵਾਈਲ ਸਪੀਕਿੰਗ। ਦੂਸਰੀ ਕਰੋਪੀ ਇਹ ਹੋ ਗਈ ਕਿ ਇਹ ਹੁਣ ਹਕਲਾ ਕੇ ਵੀ ਬੋਲਦੀ ਸੀ ਨਾ। ਉਹ ਸਟੈਮਰਡ ਦਾ ਮਤਲਬ ਹੁੰਦਾ ਹੈ ਹਕਲਾ ਕੇ ਬੋਲਣਾ। ਜਿਹੜੇ ਪ੍ਰੋਪਰ ਬੱਚੇ ਬੋਲ ਨਹੀਂ ਪਾਉਂਦੇ, ਫਲੋ ਦੇ ਵਿੱਚ ਬੋਲ ਨਹੀਂ ਪਾਉਂਦੇ, ਅਸੀਂ ਉਸ ਨੂੰ ਸਟੈਮਰਿੰਗ ਕਹਿੰਦੇ ਹਾਂ। ਅਤੇ ਬੋਲਦੇ ਹੋਏ ਇਹ ਹਕਲਾਉਂਦੀ ਸੀ। ਸ਼ੀ ਵਾਜ਼ ਸੈਂਟ ਟੂ ਦਾ ਨਿਊ ਪ੍ਰਾਇਮਰੀ ਸਕੂਲ ਇਨ ਦਾ ਵਿਲੇਜ। ਪਿੰਡ 'ਚ ਨਵਾਂ ਸਕੂਲ ਖੁੱਲ੍ਹਿਆ ਤਾਂ ਪਿੰਡ ਦੇ ਚੀਫ, ਜੋ ਉਸ ਸਕੂਲ ਦੇ ਚੀਫ ਗੈਸਟ ਸੀਗੇ, ਓਪਨਿੰਗ ਕਰਨ ਵੇਲੇ ਆਏ ਸੀ ਸਕੂਲ ਦੀ, ਤਾਂ ਉਹਨਾਂ ਨੇ ਨੰਬਰਦਾਰ ਨੂੰ ਕਿਹਾ ਕਿ ਤੂੰ ਇਗਜ਼ਾਮਪਲ ਪੇਸ਼ ਕਰ ਅਤੇ ਆਪਣੀ ਲੜਕੀਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਾ। ਤਾਂ ਬਾਕੀਆਂ ਨੂੰ ਤਾਂ ਨਹੀਂ ਕਰਾਇਆ ਉਸਦੇ ਪਿਤਾ ਨੇ, ਰਾਮ ਲਾਲ ਨੇ, ਇਹਨੂੰ ਕਰਵਾਤਾ ਸਿਰਫ ਇਸ ਕਰਕੇ ਕਿ ਇਸ ਦਾ ਕਿਹੜਾ ਵਿਆਹ ਹੋਣਾ, ਚਲੋ ਇਹਨੂੰ ਪੜ੍ਹਾ ਦਿਓ। ਤਾਂ ਸ਼ੀ ਵਾਜ਼ ਸੈਂਟ ਟੂ ਦਾ ਨਿਊ ਪ੍ਰਾਇਮਰੀ ਸਕੂਲ। ਨਵੇਂ ਪ੍ਰਾਇਮਰੀ ਸਕੂਲ ਜੋ ਸਕੂਲ 'ਚ ਖੁੱਲ੍ਹਿਆ ਸੀ ਪਿੰਡ ਦੇ ਵਿੱਚ, ਉਸ ਨੂੰ ਭੇਜ ਦਿੱਤਾ ਗਿਆ। ਸ਼ੀ ਵਾਜ਼ ਨੋਟ ਲਾਈਕਡ ਬਾਈ ਦੀ ਅਦਰ ਗਰਲਸ ਇਨ ਦਾ ਸਕੂਲ। ਹੁਣ ਸਕੂਲ ਦੇ ਵਿੱਚ ਹੋਰ ਵੀ ਲੜਕੀਆਂ ਸੀ ਜਿਸ ਨੇ ਕਿ ਪਸੰਦ ਨਹੀਂ ਕੀਤਾ, ਕਿਉਂਕਿ ਪਹਿਲੇ ਦਿਨ ਤਾਂ ਪਸੰਦ ਨਹੀਂ ਸੀ ਕੀਤਾ, ਇਹ ਅਲੱਗ ਜੀ ਜਾ ਕੇ ਬੈਠ ਗਈ ਸੀ, ਸਾਨੂੰ ਪਤਾ। ਬਟ ਹਰ ਪ੍ਰਾਇਮਰੀ ਸਕੂਲ ਟੀਚਰ ਵਾਜ਼ ਅ ਗੁੱਡ ਪਰਸਨ। ਪਰ ਉਸਦੀ ਜੋ ਪ੍ਰਾਇਮਰੀ ਸਕੂਲ ਦੀ ਟੀਚਰ ਸੀ ਉਹ ਬਹੁਤ ਹੀ ਅੱਛੀ ਲੇਡੀ ਸੀ, ਬਹੁਤ ਹੀ ਨੇਕ ਇਨਸਾਨ ਸੀ। ਦਾ ਟੀਚਰ ਇੰਸਪਾਇਰਡ ਹਰ ਟੂ ਸਪੀਕ ਐਂਡ ਰਾਈਟ ਵੈਲ। ਅਧਿਆਪਕ ਨੇ ਉਸ ਨੂੰ ਪ੍ਰੇਰਨਾ ਦਿੱਤੀ, ਇੰਸਪਾਇਰਡ ਕੀਤਾ ਕਿ ਉਹ ਚੰਗੀ ਤਰ੍ਹਾਂ ਬੋਲੇ ਅਤੇ ਚੰਗੀ ਤਰ੍ਹਾਂ ਲਿਖੇ, ਚੰਗੀ ਤਰ੍ਹਾਂ ਪੜ੍ਹ ਸਕੇ। ਇਹ ਸਾਰੀ ਗੱਲ ਦੇ ਲਈ ਉਸ ਨੂੰ ਪ੍ਰੇਰਨਾ ਦਿੱਤੀ। ਇੰਸਪਾਇਰਡ ਦਾ ਮਤਲਬ ਹੁੰਦਾ ਹੈ ਜੀ ਪ੍ਰੇਰਨਾ ਦੇਣਾ। ਪੇਰੈਂਟਸ ਆਫ ਭੋਲੀ ਡਿਸਾਈਡਿਡ ਟੂ ਮੈਰੀ ਹਰ ਟੂ ਬਿਸ਼ੰਬਰ ਨਾਥ। ਹੁਣ ਭੋਲੀ ਦੇ ਪੇਰੈਂਟਸ ਨੂੰ ਹਮੇਸ਼ਾ ਚਿੰਤਾ ਲੱਗੀ ਰਹਿੰਦੀ ਸੀ ਕਿ ਸਾਡੀ ਲੜਕੀ ਸਿੱਧਰੀ ਵੀ ਹੈ, ਸੋਹਣੀ ਵੀ ਨਹੀਂ ਹੈ, ਇਹਦਾ ਵਿਆਹ ਕਿਵੇਂ ਹੋਊਗਾ। ਤਾਂ ਬਿਸ਼ੰਬਰ ਨਾਥ ਨੇ ਪ੍ਰਪੋਜ਼ਲ ਦਿੱਤੀ ਮੈਰਿਜ ਲਈ ਉਸਦੇ ਪੇਰੈਂਟਸ ਨੂੰ ਕਿ ਮੈਂ ਤੁਹਾਡੀ ਲੜਕੀ ਨਾਲ ਸ਼ਾਦੀ ਕਰਾਉਣ ਲਈ ਤਿਆਰ ਹਾਂ। ਅਤੇ ਭੋਲੀ ਦੇ ਪੇਰੈਂਟਸ ਨੇ ਨਿਸ਼ਚਾ ਕਰ ਲਿਆ ਕਿ ਬਿਸ਼ੰਬਰ ਨਾਥ ਨਾਲ ਇਸ ਦਾ ਵਿਆਹ ਕਰਾ ਦਈਏ। ਹੀ ਵਾਜ਼ ਅ ਗਰੋਸਰ। ਤਾਂ ਇੱਥੇ ਹੀ ਕਿਸ ਨੂੰ ਕਿਹਾ ਗਿਆ? ਬਿਸ਼ੰਬਰ ਨੂੰ। ਤਾਂ ਬਿਸ਼ੰਬਰ ਇੱਕ ਗਰੋਸਰ ਸੀ ਜੀ, ਦੁਕਾਨ ਕਰਦਾ ਸੀਗਾ ਉਹ। ਹੀ ਵਾਜ਼ ਐਨ ਓਲਡ ਏਜਡ ਪਰਸਨ। ਤਾਂ ਉਹ ਇੱਕ ਬੁੱਢਾ ਇਨਸਾਨ ਸੀ, ਬੁੱਢਾ ਸੀਗਾ ਕਾਫੀ ਜ਼ਿਆਦਾ, ਭੋਲੀ ਤੋਂ ਤਾਂ ਦੁੱਗਣੀ ਤੋਂ ਵੀ ਜ਼ਿਆਦਾ ਦਾ ਸੀਗਾ ਉਹ ਏਜ ਦਾ। ਹੀ ਯੂਜ਼ ਟੂ ਲਿੰਪ। ਦੂਸਰਾ ਉਹ ਲੰਗੜਾ ਕੇ ਤੁਰਦਾ ਸੀ। ਤਾਂ ਲਿੰਪ ਦਾ ਮਤਲਬ ਹੁੰਦਾ ਜੀ ਲੰਗੜਾ ਕੇ ਤੁਰਨਾ। ਬਟ ਔਨ ਦਾ ਡੇ ਆਫ ਹਰ ਮੈਰਿਜ ਭੋਲੀ ਰਿਫਿਊਜ਼ ਟੂ ਮੈਰੀ ਹਿਮ। ਪਰ ਮੈਰਿਜ ਵਾਲੇ ਦਿਨ
ਜਿਸ ਦਿਨ ਭੋਲੀ ਦੀ ਮੈਰਿਜ ਸੀ, ਭੋਲੀ ਨੇ ਉਸ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ। ਰਿਫਿਊਜ਼ ਦਾ ਮਤਲਬ ਹੁੰਦਾ ਇਨਕਾਰ ਕਰ ਦੇਣਾ। ਅਤੇ ਉਹ ਸਾਨੂੰ ਪਤਾ ਹੈ ਕਿ ਇਨਕਾਰ ਕਿਉਂ ਕੀਤਾ, ਕਿਉਂਕਿ ਬਿਸ਼ੰਬਰ ਨਾਥ ਨੇ ਜਦੋਂ ਭੋਲੀ ਦਾ ਚਿਹਰਾ ਦੇਖਿਆ ਤਾਂ ਉਸਨੂੰ ਭੋਲੀ ਪਸੰਦ ਨਹੀਂ ਆਈ ਅਤੇ ਉਸਨੇ ਕਿਹਾ ਕਿ ਮੈਂ ਤਾਂ ਹੁਣ ਦਾਜ ਲਊਂਗਾ, ਅਤੇ ਉਸਨੇ ਦਾਜ ਮੰਗਣਾ ਸਟਾਰਟ ਕਰਤਾ। ਤਾਂ ਜਦੋਂ ਭੋਲੀ ਨੂੰ ਪਤਾ ਚੱਲਿਆ ਕਿ ਬਿਸ਼ੰਬਰ ਨਾਥ ਦਾਜ ਮੰਗ ਰਿਹਾ ਅਤੇ ਉਸਨੇ ਮੈਰਿਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਇਹੋ ਜਿਹੇ ਲਾਲਚੀ ਬੰਦੇ ਦੇ ਨਾਲ ਵਿਆਹ ਨਹੀਂ ਕਰਾਉਣਾ। ਸ਼ੀ ਡਿਸਾਈਡਿਡ ਨੋਟ ਟੂ ਗੈਟ ਮੈਰਿਡ ਇਨ ਹਰ ਲਾਈਫ, ਅਤੇ ਉਹਨੇ ਇਹ ਵੀ ਨਿਸ਼ਚਾ ਕਰ ਲਿਆ, ਡਿਸਾਈਡਿਡ ਦਾ ਮਤਲਬ ਨਿਸ਼ਚਾ ਕਰ ਲਿਆ ਕਿ ਮੈਂ ਵਿਆਹ ਨਹੀਂ ਕਰਾਵਾਂਗੀ। ਟੂ ਗੈਟ ਮੈਰਿਡ ਇਨ ਹਰ ਲਾਈਫ, ਆਪਣੀ ਜ਼ਿੰਦਗੀ ਦੇ ਵਿੱਚ ਮੈਂ ਵਿਆਹ ਨਹੀਂ ਕਰਾਵਾਂਗੀ। ਅਤੇ ਉਸਨੇ ਕੀ ਕੀਤਾ, ਸ਼ੀ ਆਲਸੋ ਡਿਸਾਈਡਿਡ ਟੂ ਸਰਵ ਹਰ ਪੇਰੈਂਟਸ ਇਨ ਹਰ ਓਲਡ ਏਜ। ਫਿਰ ਉਸ ਤੋਂ ਪੁੱਛਿਆ ਗਿਆ ਫਿਰ ਤੂੰ ਕਰੇਂਗੀ ਕੀ, ਤਾਂ ਉਸਨੇ ਕਿਹਾ ਕਿ ਮੈਂ ਇਹ ਨਿਸ਼ਚਾ ਉਸਨੇ ਕੀਤਾ ਕਿ ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗੀ। ਸਰਵ ਦਾ ਮਤਲਬ ਸੇਵਾ ਕਰਨੀ, ਉਹਨਾਂ ਦੇ ਬੁਢਾਪੇ ਦੇ ਵਿੱਚ। ਅਤੇ ਉਸਨੇ ਇਹ ਵੀ ਕਿਹਾ ਕਿ ਸ਼ੀ ਵਾਜ਼ ਰੈਡੀ ਟੂ ਟੀਚ ਇਨ ਦਾ ਸਕੂਲ, ਕਿ ਮੈਂ ਟੀਚਰ ਬਣਾਂਗੀ, ਸਕੂਲ ਦੇ ਵਿੱਚ ਮੈਂ ਪੜ੍ਹਾਵਾਂਗੀ। ਤਾਂ ਉਹ ਤਿਆਰ ਸੀਗੀ। ਤਾਂ ਇੱਥੇ ਹੁਣ ਸਾਨੂੰ ਭੋਲੀ ਦਾ ਬਿਲਕੁਲ ਟਰਾਂਸਫੋਰਮੇਸ਼ਨ ਉਸਦੇ ਪਰਸਨੈਲਿਟੀ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਉਹ ਲੜਕੀ ਜਿਹੜੀ ਕਦੇ ਬੋਲ ਨਹੀਂ ਸੀ ਸਕਦੀ ਚੰਗੀ ਤਰ੍ਹਾਂ, ਹਕਲਾ ਕੇ ਬੋਲਦੀ ਸੀ, ਉਹ ਜਦੋਂ ਐਂਡ ਵਾਲੇ ਅਸੀਂ ਸਟੋਰੀ ਪੜ੍ਹੀ ਹੈ ਤਾਂ ਉਹ ਕਿਸ ਤਰ੍ਹਾਂ ਫਲੂਐਂਟਲੀ ਉਹ ਸਾਰੇ ਆਪਣੇ ਸੈਂਟੈਂਸਿਸ ਬੋਲ ਰਹੀ ਸੀ, ਬਿਲਕੁਲ ਹਕਲਾ ਨਹੀਂ ਸੀ ਰਹੀ ਅਤੇ ਬਹੁਤ ਹੀ ਬੋਲਡ ਹੋ ਗਈ ਸੀ ਉਹ। ਤਾਂ ਉਸ ਮੈਰਿਜ ਦੇ ਵਿੱਚ ਉਸਦੀ ਟੀਚਰ ਵੀ ਆਈ ਹੋਈ ਸੀ। ਤਾਂ ਹਰ ਟੀਚਰ ਵਾਜ਼ ਵੈਰੀ ਪ੍ਰਾਊਡ ਆਫ ਹਰ ਡਿਸੀਜ਼ਨ, ਉਸਦੀ ਟੀਚਰ ਨੇ ਉਸਦਾ ਜਦੋਂ ਇਹ ਡਿਸੀਜ਼ਨ, ਉਸਦਾ ਫੈਸਲਾ ਸੁਣਿਆ ਤਾਂ ਉਹ ਬਹੁਤ ਜ਼ਿਆਦਾ ਉਸ 'ਤੇ ਮਾਣ ਮਹਿਸੂਸ ਕੀਤਾ। ਪ੍ਰਾਊਡ ਆਫ ਹਰ, ਨਾ ਪ੍ਰਾਊਡ ਆਫ ਦਾ ਧਿਆਨ ਰੱਖਿਓ, ਪ੍ਰਾਊਡ ਦੇ ਪਿੱਛੇ ਹਮੇਸ਼ਾ ਪ੍ਰੈਪੋਜੀਸ਼ਨ ਆਫ ਹੀ ਆਉਂਦੀ ਹੈ। ਹਰ ਟੀਚਰ ਟੌਟ ਹਰ ਟੂ ਫੇਸ ਦਾ ਲਾਈਫ ਬੋਲਡਲੀ। ਤਾਂ ਹੁਣ ਅਸੀਂ ਕਹਿੰਦੇ ਹਾਂ ਕਿ ਇਹ ਟਰਾਂਸਫੋਰਮੇਸ਼ਨ ਭੋਲੀ ਦੀ ਪਰਸਨੈਲਿਟੀ 'ਚ ਕਿਵੇਂ ਆਈ, ਕਿਉਂਕਿ ਉਸ ਨੂੰ ਇੱਕ ਅੱਛੀ ਟੀਚਰ ਮਿਲੀ ਜਿਸ ਨੇ ਕਿ ਉਸ ਨੂੰ ਸਮਾਜ ਦੇ ਖਿਲਾਫ ਖੜਨਾ ਸਿਖਾਇਆ, ਜੇਕਰ ਉਸ ਦੇ ਨਾਲ ਵਧੀਕੀ ਹੁੰਦੀ ਹੈ ਸਮਾਜ ਵੱਲੋਂ। ਤਾਂ ਹਰ ਟੀਚਰ, ਉਸ ਦੀ ਅਧਿਆਪਕ ਨੇ ਟੌਟ ਹਰ, ਉਸ ਨੂੰ ਸਿਖਾਇਆ ਟੂ ਫੇਸ ਦਾ ਲਾਈਫ ਬੋਲਡਲੀ, ਕਿ ਉਹ ਜ਼ਿੰਦਗੀ ਨੂੰ ਨਿਡਰਤਾ ਨਾਲ, ਬੋਲਡਲੀ ਦਾ ਮਤਲਬ ਨਿਡਰਤਾ ਨਾਲ ਸਾਹਮਣਾ ਕਰੇ, ਡਰ ਕੇ ਨਹੀਂ। ਪਹਿਲਾਂ ਭੋਲੀ ਡਰਦੀ ਸੀ ਲੇਕਿਨ ਹੁਣ ਨਹੀਂ ਸੀ, ਹੁਣ ਡਰ ਉਸ ਦੇ ਵਿੱਚੋਂ ਖਤਮ ਹੋ ਚੁੱਕਿਆ ਸੀ। ਸ਼ੀ ਸ਼ੇਪਡ ਹਰ ਲਾਈਫ, ਸ਼ੀ ਦਾ ਮਤਲਬ ਇੱਥੇ ਟੀਚਰ ਨੂੰ ਕਿਹਾ ਗਿਆ ਕਿ ਉਸ ਦੀ ਟੀਚਰ ਨੇ ਉਸ ਦੀ ਜ਼ਿੰਦਗੀ ਨੂੰ ਇੱਕ ਸ਼ੇਪ ਦਿੱਤੀ। ਦੇਖੋ ਅਧਿਆਪਕ ਦਾ ਕੰਮ ਕੀ ਹੁੰਦਾ ਬੱਚਿਆਂ ਦੇ ਪ੍ਰਤੀ, ਬੱਚਿਆਂ ਦੀ ਲਾਈਫ ਨੂੰ ਉਸਨੇ ਸ਼ੇਪ ਕਰਨਾ ਹੁੰਦਾ ਹੈ, ਇੱਕ ਸ਼ੇਪ ਦੇਣੀ ਹੁੰਦੀ ਹੈ। ਸ਼ੀ ਪਲੇਡ ਐਨ ਇੰਪੋਰਟੈਂਟ ਰੋਲ ਇਨ ਹਰ ਲਾਈਫ, ਤਾਂ ਇੱਥੇ ਸ਼ੀ ਦਾ ਮਤਲਬ ਫਿਰ ਉਸ ਦੀ ਟੀਚਰ ਤੋਂ ਹੈ ਕਿ ਉਸ ਦੇ ਅਧਿਆਪਕ ਨੇ, ਇੱਥੇ ਹਰ ਦਾ ਮਤਲਬ ਭੋਲੀ ਤੋਂ ਹੈ ਕਿ ਭੋਲੀ ਦੀ ਲਾਈਫ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਪਲੇਅ ਕੀਤਾ, ਉਸਨੇ ਬਹੁਤ ਹੀ ਮਹੱਤਵਪੂਰਨ ਰੋਲ ਪਲੇਅ ਕੀਤਾ। ਅਤੇ ਐਂਡ ਦੇ ਵਿੱਚ ਅਸੀਂ ਇੱਕ ਲਾਈਨ ਜ਼ਰੂਰ ਲਿਖਾਂਗੇ ਕਿ ਐਜੂਕੇਸ਼ਨ ਪ੍ਰੂਵ ਟੂ ਬੀ ਅ ਲਾਈਫ ਚੇਂਜਿੰਗ ਟੂਲ ਫॉर ਭੋਲੀ। ਤਾਂ ਐਜੂਕੇਸ਼ਨ ਜਿਹੜੀ ਭੋਲੀ ਨੂੰ ਮਿਲੀ ਉਹ ਭੋਲੀ ਦੇ ਲਈ ਇੱਕ ਲਾਈਫ ਚੇਂਜਿੰਗ ਟੂਲ ਬਣ ਗਈ। ਤਾਂ ਲਾਈਫ ਨੂੰ ਚੇਂਜ ਕਰਨ ਵਾਲੀ, ਲਾਈਫ ਨੂੰ ਬਦਲਣ ਵਾਲੀ ਇੱਕ ਟੂਲ, ਇੱਕ ਔਜ਼ਾਰ ਬਣ ਗਈ। ਕੌਣ ਬਣਿਆ ਇਹ? ਐਜੂਕੇਸ਼ਨ। ਐਜੂਕੇਸ਼ਨ ਕਿਸ ਨੇ ਦਿੱਤੀ? ਉਸ ਦੀ ਟੀਚਰ ਨੇ। ਤਾਂ ਇਸ ਤਰੀਕੇ ਦੇ ਨਾਲ ਭੋਲੀ ਦੇ ਵਿੱਚ ਜਾਂ ਉਸ ਦੀ ਪਰਸਨੈਲਿਟੀ ਦੇ ਵਿੱਚ ਇੱਕ ਬਹੁਤ ਵੱਡੀ ਟਰਾਂਸਫੋਰਮੇਸ਼ਨ ਆਈ। ਤਾਂ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰਾ ਚੈਪਟਰ ਸਮਝ ਆ ਗਿਆ ਹੋਏਗਾ ਅਤੇ ਨਾਲ ਹੀ ਤੁਹਾਨੂੰ ਇਹ ਸਾਰੀ ਜੋ ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਨਾਲ ਹੀ ਜੋ ਮੈਂ ਅੱਜ ਤੁਹਾਨੂੰ ਲੌਂਗ ਆਨਸਰ ਟਾਈਪ ਕੁਐਸਚਨਸ ਕਰਾਏ ਨੇ, ਇਹ ਸਾਰੇ ਕਲੀਅਰ ਹੋ ਗਏ ਹੋਣਗੇ। ਜੇਕਰ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ, ਮੈਂ ਡੈਫੀਨੇਟਲੀ ਉਸ ਦਾ ਆਨਸਰ ਦਊਂਗਾ। ਧੰਨਵਾਦ।